ਹੁਣ ਤੁਸੀਂ ਸੁਣੋ ਜਸਵੰਤ ਸਿੰਘ ਕਮਲ ਦੁਆਰਾ ਲਿਖੇ ਨਾਵਲ ਰੂਪਧਾਰਾ ਦੇ ਤੀਜੇ ਕਾਂਡ ਦਾ ਤੀਜਾ ਭਾਗ। ਰਾਤੀ ਮਨਮੋਹਨ ਨੇ ਆਪਣਾ ਥਾਣੇਦਾਰੀ ਠਾਠ ਵਿਖਾਉਣ ਲਈ ਕੇਸਰ ਨੂੰ ਆਪਣੀ ਮੇਜ਼ ਉੱਤੇ ਬਹਾ ਲਿਆ। ਹਰਨੇਕ ਮਨਮੋਹਨ ਦੀਆਂ ਸੈਨਤਾਂ ਸਮਝਣ ਵਿੱਚ ਕਾਲਾ ਕਾਂ ਹੋ ਗਿਆ ਸੀ। ਉਸ ਅੱਖ ਹਿੱਲਣ ਨਾਲ ਹੀ ਸ਼ਰਾਬ, ਸੋਡਾ, ਬਰਫ਼ ਅਤੇ ਨਮਕੀਨ ਦੀ ਪਲੇਟ ਚੁੱਕ ਲਿਆਂਦੀ। ਕੇਸਰ ਨੇ ਆਪਣੇ ਆਪ ਨੂੰ ਇੱਕ ਤਰ੍ਹਾਂ ਫਸ ਗਿਆ ਅਨੁਭਵ ਕੀਤਾ ਅਤੇ ਛੁਟਕਾਰੇ ਦੀਆਂ ਵਿਉਂਤਾਂ ਸੋਚਣ ਲੱਗ ਪਿਆ। ਉਧਰ ਰੂਪ ਵੀ ਵਿੱਚੇ ਵਿੱਚ ਮਹਿਸੂਸ ਕਰਨ ਲੱਗੀ ਜੇ ਇਹਨਾਂ ਪੀਤੀ ਗੱਲ ਮਾੜੀ ਹੋਵੇਗੀ। ਉਹ ਸੋਚ ਰਹੀ ਸੀ ਕਿਵੇਂ ਆਖਾਂ, ਕਿਸ ਰਾਹੀਂ ਸੁਨੇਹਾ ਦੇਵਾਂ। ਉਹ ਕਲਪੀ ਤਾਂ ਬਹੁਤ ਪਰ ਕਰ ਕੁਝ ਵੀ ਨਾ ਸਕੀ। ਜਦ ਮਨਮੋਹਨ ਕੇਸਰ ਦੇ ਗਲਾਸ ਵਿੱਚ ਪਾਉਣ ਲੱਗਾ ਤਦ ਕੇਸਰ ਨੇ ਬੇਨਤੀ ਕੀਤੀ, ਬਾਈ ਜੀ ਮੈਂ ਤਾਂ ਕਦੇ ਨਹੀਂ ਪੀਤੀ। ਤਾਂ ਤੂੰ ਜੱਟਾਂ ਦਾ ਮੁੰਡਾ ਹੀ ਨਹੀਂ। ਮਨਮੋਹਨ ਦੇ ਮੂੰਹੋਂ ਥਾਣੇਦਾਰੀ ਰੋਪ 'ਚ ਗੁਸਤਾਖੀ ਹੋ ਗਈ। ਅਸਲ ਵਿੱਚ ਉੱਤਰ ਲਈ ਉਹ ਤਿਆਰ ਨਹੀਂ ਸੀ। ਕੇਸਰ ਅੰਦਰੋਂ ਅੰਦਰ ਵਿਉ ਘੋਲ ਗਿਆ ਪਰ ਉਸ ਦਿਮਾਗੀ ਪੱਧਰ ਨਾ ਤਿਆਗਿਆ। ਨਹੀਂ ਜੀ ਮੈਨੂੰ ਮਾਫ਼ ਹੀ ਕਰੋ। ਐਤਕੀ ਉਸਦੇ ਜਵਾਬ 'ਚ ਥੋੜ੍ਹੀ ਖੁਸ਼ਕੀ ਸੀ। ਤੂੰ ਕਿਹੜਾ ਕੋਈ ਜੁਰਮ ਕੀਤਾ ਏ ਬਈ ਤੈਨੂੰ ਮਾਫ਼ ਕਰੀਏ। ਮਨਮੋਹਨ ਬਿਨਾਂ ਵਜ੍ਹਾ ਹੱਸ ਪਿਆ। ਉਸ ਜਾਣ ਲਿਆ ਕਿ ਮੁੰਡਾ ਬਹੁਤਾ ਸਿਆਣਾ ਨਹੀਂ ਤੇ ਇਸ ਨੂੰ ਉੱਲੂ ਜ਼ਰੂਰ ਬਣਾਉਣਾ ਏ। ਅਸਲ ਵਿੱਚ ਉਹ ਆਪਣੀ ਅਫਸਰੀ ਅਤੇ ਚਾਤਰਤਾ ਦਾ ਰੋਬ ਜਗਰੂਪ ਉੱਤੇ ਪਾਉਣਾ ਚਾਹੁੰਦਾ ਸੀ। ਉਸਦੇ ਮਨ ਦੀ ਮਿਜ਼ਰਾਬ ਮੁੜ-ਮੁੜ ਰੂਪ ਦੀ ਸਤਾਰ ਨਾਲ ਖਹਿ ਰਹੀ ਸੀ ਤੇ ਇੱਕ ਕਲਪਤ ਸੰਗੀਤ ਉਸਦੀ ਵਾਸ਼ਨਈ ਭੁੱਖ ਨੂੰ ਛਲਾਵੇ 'ਚ ਮਸਤ ਕਰੀ ਬੈਠਾ ਸੀ। ਉਸ ਬਿਨਾਂ ਪੀਤਿਆਂ ਹੀ ਇੱਕ ਨਸ਼ੇ ਦੀ ਲੋਰ 'ਚ ਆਖਿਆ, ਆਪਾਂ ਬਾਈ ਪਤਾ ਨਹੀਂ ਫਿਰ ਕਦੋਂ ਇਕੱਠੇ ਹੋਈਏ। ਆਪਣੀ ਪਹਿਲੀ ਮਿਲਣੀ ਹੈ ਨਾ, ਇਸ ਖੁਸ਼ੀ 'ਚ ਸ਼ੁਗਲ ਜ਼ਰੂਰ ਹੋ ਜਾਵੇ। ਬਾਈ ਜੀ ਸ਼ੁਗਲ ਦੇ ਹੋਰ ਤਰੀਕੇ ਵੀ ਹੋ ਸਕਦੇ ਆ। ਕੇਸਰ ਸ਼ਾਇਦ ਬੱਧਾ ਰੁੱਧਾ ਪੀ ਵੀ ਲੈਂਦਾ ਪਰ ਮਨਮੋਹਨ ਦੇ ਰਵੱਈਏ ਤੋਂ ਉਸ ਨੂੰ ਨਫ਼ਰਤ ਹੋ ਗਈ ਸੀ। ਰੂਪ ਭਾਵੇਂ ਆਨੀ ਬਹਾਨੀ ਇੱਧਰ ਉੱਧਰ ਫਿਰ ਰਹੀ ਸੀ ਪਰ ਕੰਨ ਉਸਦੇ ਮੇਜ਼ ਦੁਆਲੇ ਜੁੜੀ ਮਹਿਫਿਲ ਵਿੱਚ ਸਨ। ਕੇਸਰ ਦੇ ਸ਼ਰਾਬ ਪੀਣੋਂ ਅੜ ਜਾਣ ਤੇ ਉਹ ਬਹੁਤ ਪ੍ਰਸੰਨ ਹੋਈ। ਮਨ ਦੀ ਭਾਵਨਾ ਜੇ ਬਿਨਾਂ ਮੰਗਿਆਂ ਪੂਰੀ ਹੋ ਜਾਵੇ ਖੁਸ਼ੀ 100 ਦੀਆਂ 10 ਜ਼ਰਬਾਂ ਖਾ ਜਾਂਦੀ ਹੈ। ਇੱਕ ਵਾਰ ਹੀ ਬੂੜ ਸਿੰਘ ਮੇਜ਼ ਵੱਲ ਵਧਿਆ। ਉਸ ਜਾਂਦਿਆਂ ਹੀ ਸੋਡੇ ਦੀ ਬੋਤਲ ਤੋੜੀ ਅਤੇ ਮਨਮੋਹਨ ਦੇ ਪੈਗ ਵਿੱਚ ਉਲਟਾਉਣੀ ਸ਼ੁਰੂ ਕਰ ਦਿੱਤੀ। ਕੇਸਰ ਇੱਕ ਤਰ੍ਹਾਂ ਡਰ ਗਿਆ ਕਿ ਜੇ ਬਾਬਾ ਜੀ ਨੇ ਚੁੱਕ ਕੇ ਫੜਾ ਦਿੱਤੀ ਫਿਰ ਕਿਵੇਂ ਇਨਕਾਰ ਕਰਾਂਗਾ। ਉਸ ਨੂੰ ਨਹੀਂ ਪਤਾ ਸੀ ਕਿ ਜ਼ਿਲ੍ਹੇਦਾਰ ਕੀ ਕਰੇਗਾ। ਤੁਸੀਂ ਯਾਰ ਦੋਵੇਂ ਨਾ ਪੀਓ, ਪੀਣ ਵਾਲਾ ਪਈ ਵੇਖ ਕੇ ਨਹੀਂ ਜਰ ਸਕਦਾ। ਉਸ ਗਲਾਸ ਮੂੰਹ ਨੂੰ ਲਾ ਕੇ ਖਤਮ ਕੀਤਾ। ਸਾਰਿਆਂ ਦੇ ਮੂੰਹੋਂ ਜ਼ੋਰ ਹਾਸਾ ਨਿਕਲ ਗਿਆ। ਉਹ ਇੰਨੇ ਹੱਸੇ ਕਿ ਅੱਖਾਂ 'ਚ ਪਾਣੀ ਆ ਗਿਆ। ਤੁਸੀਂ ਬਰਖੁਦਾਰੋ, ਬਹਿਸ ਕਰੋ। ਬਹਿਸ ਬੜੀ ਚੰਗੀ ਚੀਜ਼ ਹੈ। ਸ਼ਾਬਾਸ਼, ਇੱਕ ਵਾਰ ਫੇਰ ਆਊਂਗਾ ਮੈਂ। ਉਹ ਮੁੱਛਾਂ ਨਾਲੋਂ ਸ਼ਰਾਬ ਚੂਸਦਾ ਬਾਹਰ ਨਿਕਲ ਗਿਆ। ਸਾਰਾ ਟੱਬਰ ਹਾਸੇ 'ਚ ਲੋਟ-ਪੋਟ ਹੋ ਰਿਹਾ ਸੀ। ਉਹ ਸਾਰੇ ਬੂੜ ਸਿੰਘ ਦੀ ਇਸ ਦਲੇਰ ਹਰਕਤ 'ਤੇ ਬੜੇ ਖੁਸ਼ ਹੋਏ। ਮਨਮੋਹਨ ਨੇ ਕੇਸਰ ਨੂੰ ਪਿਆਉਣ ਲਈ ਬੜਾ ਜ਼ੋਰ ਲਾਇਆ ਪਰ ਉਸ ਦੀ ਜ਼ਿੱਦ ਸਿਰੇ ਨਾ ਚੜ੍ਹ ਸਕੀ। ਮਨਮੋਹਨ ਦਾ ਮਨ ਰੱਖਣ ਲਈ ਮਾਲਣ ਨੇ ਵੀ ਆਪਣੀ ਮਰਜ਼ੀ ਦੇ ਉਲਟ ਕੇਸਰ ਨੂੰ ਕਿਹਾ, ਡੱਡੀਏ ਬਹੁਤੀ ਨਾ ਸਹੀ, ਥੋੜ੍ਹੀ ਪੀ ਲੈ। ਪਰ ਕੇਸਰ ਦੇ ਮੂੰਹੋਂ ਨਾ ਨਿਕਲ ਚੁੱਕੀ ਸੀ, ਇਸ ਲਈ ਹਾਂ ਕਹਿਣੀ ਵੀ ਚੱਲਣ ਦੀ ਹਾਨੀ ਸਾਬਤ ਹੁੰਦੀ ਸੀ। ਅਖੀਰ ਮਨਮੋਹਨ ਨੂੰ ਹਰਨੇਕ ਹੀ ਆਪਣਾ ਸਾਥੀ ਬਣਾਉਣਾ ਪਿਆ। ਪੀਣ ਦੇ ਵਿਚਕਾਰ ਮਨਮੋਹਨ ਨੂੰ ਆਪਣੀ ਹਾਰ ਬੇਰੀ ਦੇ ਕੰਡੇ ਵਾਂਗ ਚੁੱਭ ਰਹੀ ਸੀ ਕਿ ਜੱਟ ਬੇਵਕੂਫ ਬਣਨੋਂ ਬਚ ਗਿਆ। ਕੇਸਰ ਕੁਝ ਇਸ ਤਰ੍ਹਾਂ ਅਨੁਭਵ ਕਰ ਰਿਹਾ ਸੀ ਕਿ ਮੈਂ ਨਾ ਪੀ ਕੇ ਕਈਆਂ ਨੂੰ ਨਾਰਾਜ਼ ਕਰ ਲਿਆ ਹੈ। ਪਰ ਰੂਪ ਬਹੁਤਾ ਹੀ ਖੁਸ਼ ਸੀ ਤੇ ਸੋਚ ਰਹੀ ਸੀ ਕਿ ਇੰਨਾ ਚੰਗਾ ਹੋਇਆ ਜਿਸ ਦੀ ਆਸ ਬਿਲਕੁਲ ਨਹੀਂ ਸੀ। ਮਨਮੋਹਨ ਨੇ ਅੱਜ ਰਾਤੀ ਬਕਵਾਸ ਕਰਨੋਂ ਸੰਕੋਚ ਕੀਤੀ। ਉਸ ਸ਼ਰਾਬ ਵੀ ਬਹੁਤੀ ਨਹੀਂ ਸੀ ਪੀਤੀ। ਮਾਲਣ ਨੇ ਇਸ ਮਾਮਲੇ ਵਿੱਚ ਸਤਵੰਤ ਦੇ ਚੰਗੀ ਤਰ੍ਹਾਂ ਕੰਨ ਖਿੱਚ ਦਿੱਤੇ ਸਨ ਅਤੇ ਸਤਵੰਤ ਨੇ ਮਨਮੋਹਨ ਨੂੰ ਉਠਾ ਕੇ ਬੇਜੀ ਦਾ ਮਨ ਦੱਸ ਦਿੱਤਾ ਸੀ। ਮਾਲਣ ਦੀ ਖਾਹਿਸ਼ ਸੀ ਕਿ ਰੂਪ ਦੇ ਮੁੜ ਆਉਣ ਤੋਂ ਪਹਿਲਾਂ ਮਨਮੋਹਨ ਚਲਿਆ ਜਾਵੇ ਪਰ ਉਸ ਜਾਣ ਦਾ ਨਾਂ ਤੱਕ ਨਾ ਲਿਆ। ਮੱਲੋ ਮੱਲੀ ਉਸ ਨੂੰ ਤੋਰਨ ਦੀ ਕਿਸ ਵਿੱਚ ਹਿੰਮਤ ਸੀ। ਹੁਣ ਮਾਲਣ ਰੱਬ ਦਾ 100 ਸ਼ੁਕਰ ਕਰ ਰਹੀ ਸੀ ਕਿ ਰਾਤ ਚੰਗੀ ਬੀਤ ਗਈ। ਕੇਸਰ ਲਈ ਅੱਜ ਦਿਨ ਡੁੱਬਣ 'ਚ ਨਹੀਂ ਸੀ ਆਉਂਦਾ। ਭਾਵੇਂ ਦਿਨ 21 ਜੂਨ ਪਿੱਛੋਂ ਛੋਟੇ ਹੋਣ ਲੱਗ ਪਏ ਸਨ ਪਰ ਉਸ ਨੂੰ ਜਾਪਦਾ ਸੀ ਕਿ ਅੱਜ ਜਿੱਡਾ ਪਹਾੜ ਦਿਨ ਬਦਲੇ ਲੈ ਕੇ ਡੁੱਬੇਗਾ। ਉਹ ਮਚਲ ਜਾਂਦੇ ਜਜ਼ਬਾਤ ਨੂੰ ਮਸੀਂ ਸਾਂਭ ਰੱਖ ਰਿਹਾ ਸੀ। ਉਹ 2 ਵਾਰ ਖੂਹ ਵੱਲ ਚੱਕਰ ਮਾਰ ਆਇਆ ਸੀ ਪਰ ਸੂਰਜ ਥੱਲੇ ਲੈਣ ਦਾ ਨਾਂ ਹੀ ਨਹੀਂ ਸੀ ਲੈਂਦਾ। ਰੂਪ ਦੇ ਸਾਹਮਣੇ ਉਹ ਜਾਣ ਕੇ ਨਹੀਂ ਸੀ ਜਾਂਦਾ। ਉਸਦੀ ਪਿਆਰ ਚੋਰੀ ਦਾ ਘਰ ਦੇ ਕਿਸੇ ਜੀ ਨੂੰ ਨਹੀਂ ਪਤਾ ਸੀ ਪਰ ਉਸਦੀਆਂ ਸ਼ਰਾਬੀ ਅੱਖਾਂ 'ਚੋਂ ਉਸਦੀ ਖਰਾਂਟ ਭਾਬੀ ਤੇਜ ਕੌਰ ਨੇ ਕੁਝ ਪੜ੍ਹ ਲਿਆ ਸੀ। ਕਦੇ ਤੇਜ ਕੌਰ ਨੇ ਕੇਸਰ ਵੱਲ ਬਾਂਹ ਲਮਿਆਰੀ ਸੀ ਪਰ ਉਸ ਨਫ਼ਰਤ ਨਾਲ ਮਰੋੜ ਘੱਤੀ ਸੀ। ਭਾਵੇਂ ਦੋਹਾਂ ਵਿਚਕਾਰ ਬੋਲ ਵਿਗਾੜ ਕੋਈ ਨਹੀਂ ਸੀ ਹੋਇਆ ਪਰ ਇੱਕ ਤਰ੍ਹਾਂ ਠੰਡ ਜ਼ਰੂਰ ਗਈ ਸੀ।
ਇਸ ਘਟਨਾ ਪਿੱਛੋਂ ਕੇਸਰ ਨੇ ਤੇਜੋ ਨੂੰ ਕਦੇ ਸਿੱਧੇ ਮੂੰਹ ਨਹੀਂ ਸੀ ਬੁਲਾਇਆ ਅਤੇ ਤੇਜੋ ਵੀ ਵਿੱਤ ਅਨੁਸਾਰ ਸਾੜਾ ਕਰਦੀ ਰਹੀ ਸੀ। ਪਰ ਅੱਜ ਦੋਹਾਂ ਦੀਆਂ ਅੱਖਾਂ ਕੁਝ ਇਸ ਤਰ੍ਹਾਂ ਟੱਕਰ ਗਈਆਂ ਕਿ ਉਹ ਹੱਸਣੋਂ ਨਾ ਰਹਿ ਸਕੇ। ਕੀ ਖਵਾਏਗਾ ਤੇ ਗੁਣ ਜਾਣੇਗਾ ਜੇ ਰਾਤ ਨੂੰ ਇਕੱਠੇ ਕਰਦੇ ਆਂ। ਸਾਂਵਲੀ ਤੇਜੋ ਦੇ ਮੂੰਹੋਂ ਚੰਬਾ ਖਿੜਖਿੜ ਪੈਂਦਾ ਸੀ। ਤੇਜੋ ਜਿਹੜੀ ਕੇਸਰ ਲਈ ਭਖੜੇ ਦੇ ਕੰਡੇ ਵਾਂਗ ਰੜਕਦੀ ਰਹੀ ਸੀ, ਅੱਜ ਕਮਲ ਦਾ ਫੁੱਲ ਹੋ ਕੇ ਮਿਲੀ ਸੀ। ਪਿਆਰ ਦੀ ਛੋਹ ਰੋੜਾਂ ਨੂੰ ਵੀ ਹੀਰੇ ਬਣਾ ਦਿੰਦੀ ਹੈ। 1 ਸਾਲ ਦੀ ਵਿਉਹ ਦੁੱਧ ਮਲਾਈ ਵਿੱਚ ਬਦਲ ਗਈ। ਕੇਸਰ ਮਨ ਹੀ ਮਨ ਕਹਿ ਗਿਆ, ਜੱਗ ਜਿਉਣ ਵੱਡੀਆਂ ਭਰਜਾਈਆਂ ਪਾਣੀ ਮੰਗੇ ਦੁੱਧ ਦਿੰਦੀਆਂ। ਖਾਣ ਨੂੰ ਤਾਂ ਭਾਬੀ ਮੂੰਹੋਂ ਮੰਗਿਆ ਲੈ ਲੈ, ਪਰ ਅਹਿਸਾਨ ਕਾਹਦਾ ਬਣਾਉਣੀ ਹੈ। ਅੱਜ ਰਾਤੀ ਨਾ ਸਹੀ, ਕੱਲ ਨੂੰ ਮਿਲ ਪਵਾਂਗੇ। ਉਂਝ ਕੇਸਰ ਦੇ ਦਿਲੋਂ ਕੱਲ ਨੂੰ ਮਿਲਣ ਤੇ ਬੌੜੀ ਨਿਕਲਣ ਵਾਲੀ ਸੀ, ਪਰ ਉਸ ਫਿੱਕਾ ਰੋਬ ਤਿਆਗਣਾ ਆਪਣੇ ਮਰਦਾਊ ਦੀ ਹੱਦ ਤੱਕ ਸਮਝਿਆ। ਕੱਲ ਤੱਕ ਤਾਂ ਤੇਰੀਆਂ ਚੀਕਾਂ ਨਿਕਲ ਜਾਣੀਆਂ, ਮੈਂ ਦੁਪਹਿਰ ਦੀ ਤੈਨੂੰ ਵੇਖੀ ਜਾਨੀ ਆ। ਤੇਜੋ ਨੇ ਕੇਸਰ ਦੇ ਦਿਲ ਦੀ ਉਸਦੇ ਮੂੰਹ ਤੇ ਮਾਰੀ। ਰਾਤੀ ਕੂਜ਼ਾ ਲੈ ਆਵੀਂ, ਕੋਲ ਨਾ ਹੋਇਆ ਮੈਂ ਮੁੱਲ ਦੇ ਦਿਆਂਗੀ। ਮੁੱਲ ਕੀ ਲਏਂਗੀ? ਕੇਸਰ ਹੱਸਣੋਂ ਨਾ ਰਹਿ ਸਕਿਆ। ਪਾਣੀ ਭਰਦੀ ਮਹਿਰੀ ਦਿਓਰ ਭਾਬੀ ਨੂੰ ਖਹਿੰਦਿਆਂ ਵੇਖ ਸੁਣ ਕੇ ਬੋਲੀ, ਮੁੱਲ ਤੈਨੂੰ ਦੇਣਾ ਏ, ਹੋਰ ਬਾਜ਼ਾਰ ਥੋੜਾ ਏ। ਬੰਤੋ ਇਹ ਰੁਪਈਆ ਧੇਲੀ ਲੈ ਕੇ ਆਪਣਾ ਭਰਮ ਗਵਾ ਲਵੇ, ਆਪਣਾ ਕੀ ਘਟਦਾ ਏ। ਕੇਸਰ ਨੇ ਫਿਰ ਮੋੜ ਦਿੱਤਾ, ਮੁੱਲ ਇਹ ਤੋਂ ਬੰਤੋ ਜ਼ਰੂਰ ਲੈਣਾ ਏ, ਇਹਦੇ 'ਚ ਆਕੜ ਥੋੜੀ ਏ। ਤੇਜੋ ਮੁੜ ਕੇ ਕੇਸਰ ਨੂੰ ਆਖਣ ਲੱਗੀ, ਤੂੰ ਕੂਜ਼ਾ ਲੈ ਲਵੀਂ, ਮੁੱਲ ਫੇਰ ਲੈ ਲਾਂਗੀ, ਤੂੰ ਕਿਤੇ ਭੱਜਿਆ ਤਾਂ ਨਹੀਂ। ਪਿੱਛੋਂ ਗਾਂ ਮੈਂ ਨਾ ਮੰਗ ਲਵੀਂ। ਕੇਸਰ ਹੱਸਦਾ ਹੱਸਦਾ ਫਿਰ ਬਾਹਰ ਨੂੰ ਚਲਾ ਗਿਆ। ਉਹਨਾਂ ਦੀਆਂ ਗੱਲਾਂ ਵਿੱਚ ਕੇਸਰ ਦੀ ਭੈਣ ਮੁਖਤਾਰੋ ਆ ਗਈ ਸੀ। ਸੂਰਜ ਛੁਪ ਗਿਆ ਸੀ। ਕੇਸਰ ਨੇ ਛਾਤੀ ਫੁਲਾ ਕੇ ਡੂੰਘਾ ਸਾਹ ਭਰਿਆ, ਜਿਵੇਂ ਵੈਰੀ ਨੇ ਮਸਾਂ ਮੈਦਾਨ ਛੱਡਿਆ ਸੀ। ਫਿਰ ਉਹ ਆਉਣ ਵਾਲੀ ਰਾਤ ਨੂੰ ਹੋਣ ਵਾਲੀਆਂ ਗੱਲਾਂ ਬਾਰੇ ਸੋਚਣ ਲੱਗਾ। ਮੈਂ ਪਹਿਲੀ ਗੱਲ ਕੀ ਕਰਾਂ? ਅਸਲ ਵਿੱਚ ਗੱਲ ਹੀ ਪਹਿਲੀ ਹੁੰਦੀ ਹੈ ਜੇ ਟਿਕਾਣੇ ਦੀ ਹੋ ਜਾਵੇ, ਫਿਰ ਰਨ ਸਾਰੀ ਉਮਰ ਉਸ ਦੁਆਲੇ ਉਰੀ ਵਾਂਗੂ ਘੁੰਮਦੀ ਹੈ। ਯਾਰ ਇਹ ਬੜਾ ਕਰੜਾ ਇਮਤਿਹਾਨ ਹੈ। ਕਿਸੇ ਤੋਂ ਪੁੱਛ ਹੀ ਲੈਂਦੇ ਆ ਬਈ ਪਹਿਲੀ ਰਾਤ ਕਿਵੇਂ ਬੀਤਦੀ ਹੈ। ਉਸ ਦਾ ਇੱਕ ਵਾਰ ਹਾਸਾ ਨਿਕਲ ਗਿਆ। ਉਸ ਨੂੰ ਰੂਪ ਕਹਿ ਕੇ ਬੁਲਾਵਾਂ ਜਾਂ ਰੂਪੀ? ਚੰਨੀ ਵੀ ਬਹੁਤ ਖੂਬਸੂਰਤ ਹੈ। ਅੱਛਾ ਮੌਕੇ ਤੇ ਸਹੀ, ਇਹ ਵੀ ਮੈਜਿਸਟ੍ਰੇਟ ਦੇ ਤਾਰੀਖ ਭੁਗਤਣ ਵਾਲੀ ਗੱਲ ਏ। ਹਨੇਰਾ ਹੋਰ ਡੂੰਘਾ ਹੋ ਗਿਆ। ਰਾਤ ਸਾਹਮਣੇ ਆਉਂਦੀ ਵੇਖ ਰੂਪ ਆਪਣੀ ਥਾਂ ਪੰਘਰੀ ਜਾ ਰਹੀ ਸੀ। ਉਸ ਨੂੰ ਕੁਝ ਨਹੀਂ ਸੀ ਪਤਾ ਕਿ ਕੀ ਹੋਣ ਵਾਲਾ ਹੈ, ਪਰ ਇਸ ਗੱਲ ਦਾ ਉਸ ਨੂੰ ਪੂਰਨ ਨਿਸ਼ਚਾ ਸੀ ਕਿ ਅੱਜ ਰਾਤ ਕੇਸਰ ਜ਼ਰੂਰ ਆਵੇਗਾ। ਇਸ ਅਨੁਭਵ ਨਾਲ ਇੱਕ ਮੁਸਕਾਨ ਉੱਠਦੀ ਜਿਹੜੀ ਲੂ ਲੂ ਝਰਨਾਹਟ ਲਾ ਦਿੰਦੀ। ਇੱਕ ਮਸਤੀ ਉਸ ਦੀਆਂ ਅੱਖਾਂ ਮੀਟ ਜਾਂਦੀ ਤੇ ਲੰਮਾ ਖਿੱਚਿਆ ਸਾਹ ਉਸ ਦੇ ਬੇਕਰਾਰ ਵਲਵਲਿਆਂ ਨੂੰ ਥਾਪੜੀ ਦੇ ਜਾਂਦਾ। ਕੁਦਰਤ ਕਿੰਨੀ ਮਿਹਰਬਾਨ ਹੈ। ਨਹੀਂ, ਮੇਰੀ ਬੇਜੀ ਤੋਂ ਸਭ ਭਗਵਾਨ ਛੋਟੇ ਹਨ। ਉਸ ਦਾ ਵਾਲ-ਵਾਲ ਕਹਿ ਰਿਹਾ ਸੀ, ਬੇਜੀ ਮੈਂ ਮਰ ਕੇ ਤੇਰੇ ਕਿਸੇ ਵੀ ਕੰਮ ਆ ਸਕਾਂ, ਇਹ ਮੇਰਾ ਪਹਿਲਾ ਤੇ ਆਖਰੀ ਸੁਭਾਗ ਹੋਵੇਗਾ। ਇੱਕ ਅਮੋੜ ਜਜ਼ਬਾ ਸ਼ਰਧਾ ਵਿੱਚ ਉਸ ਨੂੰ ਝੁਕਾਈ ਜਾ ਰਿਹਾ ਸੀ। ਰੋਟੀ ਖਾਣ ਵੇਲੇ ਤੇਜੋ ਨੇ ਰੂਪ ਦੇ ਚੁੰਡੀ ਭਰ ਲਈ ਤੇ ਉਸ ਨੂੰ ਵੱਲ ਕਰਦਿਆਂ ਬੋਲੀ, ਕਿਉਂ ਅੱਜ ਫਿਰ ਕੀ ਸਲਾਹ ਹੈ? ਲੈਂਪ ਦੇ ਮਿੰਨੇ ਚਾਨਣ ਵਿੱਚ ਵੀ ਰੂਪ ਨੇ ਤੇਜੋ ਦੀਆਂ ਹਾਸੀਆਂ ਸ਼ਰਾਰਤੀ ਅੱਖੀਆਂ ਤਾੜ ਲਈਆਂ। ਉਹ ਤੇਜੋ ਨਾਲ ਵਿਆਹ ਵਿੱਚ ਰਲੌਟੀ ਹੋ ਗਈ ਸੀ। ਉਸ ਤੇਜੋ ਦੀ ਗੱਲ ਦਾ ਕੋਈ ਉੱਤਰ ਨਾ ਦਿੱਤਾ। ਉਹ ਦੁਪਹਿਰ ਦੀਆਂ ਮੇਰੀਆਂ ਮਿੰਨਤਾਂ ਕਰਨ ਡਿਆ ਏ, ਉਸ ਨੂੰ ਕੀ ਜਵਾਬ ਦਿਆਂ? ਜਗਰੂਪ ਨੇ ਉਸ ਨੂੰ ਤੱਕ ਕੇ ਫਿਰ ਨੀਵੀਂ ਪਾ ਲਈ। ਚੁੱਪ ਕੀਤਿਆਂ ਨਹੀਂ ਸਰਨਾ। ਤੇਜੋ ਨੇ ਮੁੜ ਚੁੰਡੀ ਭਰ ਲਈ। ਜਿੰਨਾ ਚਿਰ ਬੋਲਦੀ ਨਹੀਂ ਮੈਂ ਨਹੀਂ ਛੱਡਣੀ। ਨਾ ਭੈਣ ਬਣ ਕੇ। ਰੂਪ ਨੇ ਕਸੀਸ ਵੱਟਦਿਆਂ ਤਰਲਾ ਕੀਤਾ। ਤੇਜੋ ਨੇ ਚੁੰਡੀ ਛੱਡ ਦਿੱਤੀ। ਉਹਨੂੰ ਕਾਲੇ ਨੂੰ ਕੀ ਕਰਾਂ? ਰੂਪ ਨੇ ਦੜ ਵੱਟ ਰੱਖੀ ਅਤੇ ਰੋਟੀ ਛੱਡ ਕੇ ਹੱਥ ਧੋਣ ਲੱਗ ਪਈ। ਤੂੰ ਬੜੀ ਖਚਰੀ ਏ। ਤੇਜੋ ਨੇ ਇੱਕ ਤਰ੍ਹਾਂ ਖਹਿੜਾ ਛੱਡ ਦਿੱਤਾ। ਤੇਜੋ ਜਗਰੂਪ ਨੂੰ ਪਹਾੜ ਵੱਲ ਦੇ ਚੁਬਾਰੇ ਵਿੱਚ ਦੀ ਨਿਕਲ ਕੇ ਸਮਾਨ ਵਾਲੇ ਕੋਠੇ ਦੀ ਛੱਤ ਤੇ ਲੈ ਆਈ। 2 ਬਿਸਤਰਿਆਂ ਦਾ ਉਸ ਪਹਿਲੋਂ ਹੀ ਬੰਦੋਬਸਤ ਕਰ ਛੱਡਿਆ ਸੀ। ਉਹ ਚਾਹੁੰਦੀ ਸੀ ਇਹਨਾਂ ਦੋਹਾਂ ਨੂੰ ਮੇਰੀ ਨਿਵੇਕਲੀ ਥਾਂ ਲੈ ਕੇ ਦੇਣ ਦਾ ਅਹਿਸਾਨਮੰਦ ਹੋਣਾ ਚਾਹੀਦਾ। ਰੂਪ ਅੰਦਰੋਂ ਉਸ ਉੱਤੇ ਬਹੁਤ ਖੁਸ਼ ਸੀ, ਪਰ ਮੂੰਹੋਂ ਕਿਵੇਂ ਕੁਝ ਆਖਦੀ। ਲੈ ਭੈਣੇ, ਤੁਹਾਡਾ ਕਾਰਜ ਰਾਸ ਕਰ ਦਿੱਤਾ, ਮੈਂ ਹਲੇ ਕਈ ਕੰਮ ਸਮੇਟਣੇ ਆ, ਤੇਜੋ ਨੇ ਤੁਰਦਿਆਂ ਕਿਹਾ। ਰੂਪ ਨੇ ਉਸ ਨੂੰ ਕੁੜਤੀ ਤੋਂ ਫੜ ਕੇ ਖਿੱਚ ਲਿਆ। ਕੇਸਰ ਨੂੰ ਕੀ ਜਵਾਬ ਦੇਊਂਗੀ? ਰੂਪ ਨੇ ਜ਼ੋਰ ਦੀ ਚੂੰਡੀ ਭਰ ਲਈ ਤੇ ਅਗਲੇ ਪਿਛਲੇ ਸਾਰੇ ਬਦਲੇ ਲੈ ਲਏ। ਮੈਂ ਤਾਂ ਇੱਥੋਂ ਜਾਣ ਨਹੀਂ ਦੇਣਾ। ਰੂਪ ਨੇ ਉਸ ਨੂੰ ਵੜਾ ਮਾਰ ਲਿਆ। ਅੱਛਾ ਬਾਬਾ, ਮੈਂ ਆ ਜਾਂਦੀ ਆ, ਭਾਂਡੇ ਸਾਂਭ ਆਵਾਂ ਤੇ ਗੁੱਡੂ ਨੂੰ ਚੁੱਕ ਲਿਆਵਾਂ। ਤੇਜੋ ਵਗਾਹ ਹੱਤੀ ਮਾਰ ਕੇ ਰੂਪ ਕੋਲੋਂ ਖਿਸਕ ਗਈ। ਰੂਪ ਨੇ ਭਾਵੇਂ ਤੇਜੋ ਨੂੰ ਆਪਣੇ ਕੋਲ ਪੈਣ ਲਈ ਮਨਾ ਲਿਆ ਸੀ, ਪਰ ਉਸ ਦੀ ਦਿਲੀ ਖਾਹਿਸ਼ ਬਿਲਕੁਲ ਨਹੀਂ ਸੀ ਕਿ ਉਹ ਮੁੜ ਕੇ ਆਵੇ, ਤੇ ਤੇਜੋ ਮੁੜ ਕੇ ਆਉਣ ਲਈ ਗਈ ਹੀ ਨਹੀਂ ਸੀ। ਰੂਪ ਇੱਕ ਪਲ ਵੀ ਇਹ ਨਹੀਂ ਸੋਚ ਸਕਦੀ ਸੀ ਕਿ ਕੇਸਰ ਉਸ ਕੋਲ ਨਾ ਆਵੇ।
ਉਸ ਦਾ ਦਿਲ ਬੁਰੀ ਤਰ੍ਹਾਂ ਧੜਕੀ ਜਾ ਰਿਹਾ ਸੀ। ਸੋਚ ਦਾ ਇਹ ਹਾਲ ਸੀ ਕਿ ਟੁੱਬੀ ਮਾਰਿਆਂ ਵੀ ਦਿਲ ਦੀਆਂ ਲਹਿਰਾਂ ਚੋਂ ਹੱਥ ਨਹੀਂ ਆ ਰਹੀ ਸੀ। ਅਲੜ ਜਵਾਨੀ ਆਪਣੇ ਜਜ਼ਬਾਤ ਵਿੱਚ ਸਮੇਂ ਤੋਂ ਪਹਿਲਾਂ ਹੀ ਕਤਲ ਹੋਈ ਪਈ ਸੀ। ਭਾਵੇਂ ਉਸ ਦੀ ਬੇਜੀ ਨੇ ਉਸ ਨੂੰ ਸਾਰੀ ਉਮਰ ਤੱਤੀ ਵਾਹ ਨਹੀਂ ਲੱਗਣ ਦਿੱਤੀ ਸੀ, ਪਰ ਉਹ ਮਾਨਸਿਕ ਭਾਰ ਹੇਠਾਂ ਖਾਸ ਕਾਰਨਾਂ ਕਰਕੇ ਜਿਉਣ ਲਈ ਮਜਬੂਰ ਰਹੀ ਸੀ। ਅੱਜ ਉਸਨੇ ਸਾਰਾ ਭਾਰ ਲੱਥਾ ਅਨੁਭਵ ਕਰਕੇ ਸੁਤੰਤਰ ਫਿਜ਼ਾ ਵਿੱਚ ਸਾਹ ਲਿਆ। ਇਹ ਉਸ ਦੀ ਜ਼ਿੰਦਗੀ ਵਿੱਚ ਪਹਿਲਾ ਕਦਮ ਸੀ। ਇਸ ਫਿਜ਼ਾ ਵਿੱਚ ਤਾਨਾ ਕੋਈ ਨਹੀਂ ਹੋਵੇਗਾ, ਸਾੜਾ ਕੋਈ ਨਹੀਂ ਹੋਵੇਗਾ ਤੇ ਕੋਈ ਅਣਹੋਇਆ ਨਿਰਦੋਸ਼ ਨੂੰ ਸਤਾਵੇਗਾ ਨਹੀਂ। ਇਸ ਦੁਨੀਆ ਵਿੱਚ ਪਿਆਰਾ ਨਾ ਸਹੀ, ਉਸ ਦਾ ਹਮਦਰਦ ਤਾਂ ਹੈ ਨਾ, ਉਸ ਦਾ ਪਤੀ ਪਰਮੇਸ਼ਵਰ, ਜਿਸ ਉਮਰ ਦਾ ਸਾਥ ਨਿਭਾਉਣ ਲਈ ਦਰਬਾਰ ਸਾਹਿਬ ਦੀ ਹਜ਼ੂਰੀ 'ਚ ਵਚਨ ਦਿੱਤਾ ਹੈ। ਉਸ ਅਸਲੋਂ ਆਜ਼ਾਦ ਅੱਖਾਂ ਮੀਟਦਿਆਂ ਤੇ ਬਾਹਾਂ ਫੈਲਾਉਂਦਿਆਂ ਆਪਣੇ ਆਪ ਨੂੰ ਗਵਾਚ ਜਾਣ ਲਈ ਫਿਜ਼ਾ ਵਿੱਚ ਖੁੱਲ੍ਹਿਆ ਛੱਡ ਦਿੱਤਾ। ਬੇਜੀ, ਮੇਰੀ ਰੂਹ ਸਦਾ ਤੇਰੇ ਸਜਦੇ 'ਚ ਰਹੇਗੀ। ਚੁਬਾਰੇ ਦਾ ਬਾਰ ਇੱਕ ਵਾਰ ਹੀ ਬੰਦ ਹੋ ਗਿਆ। ਕੇਸਰ ਉਸ ਵੱਲ ਵੱਧ ਰਿਹਾ ਸੀ। ਰੂਪ ਦੀ ਹਾਲਤ ਸੁੱਕੜ ਜਾਣ ਲਈ ਤਿਆਰ ਲਾਜਵੰਤੀ ਵਰਗੀ ਸੀ। ਉਸ ਦੇ ਖਿਆਲ ਪਲ ਪਲ ਤੇਜ਼ ਹੋ ਰਹੀ ਧੜਕਣ ਵਿੱਚ ਉੱਠਣ ਤੋਂ ਪਹਿਲਾਂ ਹੀ ਡੁੱਬ ਰਹੇ ਸਨ। ਉਹ ਉੱਠ ਕੇ ਬਹਿ ਗਈ ਸੀ। ਅਣਜਾਣੇ ਦਬਾਅ ਵਿੱਚ ਉਸ ਦਾ ਸਾਹ ਰੁਕਦਾ ਜਾ ਰਿਹਾ ਸੀ। ਕੇਸਰ ਦੇ ਆਉਣ ਤੋਂ ਪਹਿਲਾਂ ਉਹ ਉੱਠ ਕੇ ਖਲੋ ਗਈ ਤੇ ਹੱਥ ਜੋੜਦਿਆਂ ਸਤਿ ਸ਼੍ਰੀ ਅਕਾਲ ਆਖੀ। ਕੇਸਰ ਨੇ ਉਸ ਦੇ ਦੋਵੇਂ ਹੱਥ ਫੜ ਕੇ ਘੁੱਟ ਲਏ ਤੇ ਪੀ ਜਾਣ ਦੀ ਪਿਆਸ ਨਾਲ ਰੂਪ ਨੂੰ ਉਸ ਦੀ ਰੂਹ ਤੱਕ ਤੱਕਿਆ। ਉਸ ਦੀ ਦਿਲੀ ਖਾਹਿਸ਼ ਸੀ, ਮੈਂ ਇਸ ਤਰ੍ਹਾਂ ਹੀ ਸਾਰੀ ਉਮਰ ਤੱਕੀ ਜਾਵਾਂ। ਸ਼ਾਇਦ ਸਬਰ ਫਿਰ ਵੀ ਨਾ ਆਉਂਦਾ। ਰੂਪ ਦਾ ਅੱਧਾ ਮੂੰਹ ਨੰਗਾ ਸੀ, ਪਰ ਬਾਕੀ ਅੱਧੇ ਵਿੱਚ ਸੂਹੀ ਬਗਾਵਤ ਪਲ ਪਲ ਤੇਜ਼ ਹੁੰਦੀ ਜਾ ਰਹੀ ਸੀ। ਕੇਸਰ ਨੇ ਰੂਪ ਨੂੰ ਆਪਣੇ ਬਰਾਬਰ ਬਹਾ ਲਿਆ। ਉਸ ਦੀਆਂ ਪਤਲੀਆਂ ਲੰਮੀਆਂ ਤੇ ਕੂਲੀਆਂ ਉਂਗਲਾਂ ਵਿੱਚ ਆਪਣੀਆਂ ਉਂਗਲਾਂ ਫਸਾ ਲਈਆਂ ਤੇ ਮੁੜ ਉਸੇ ਭੁੱਖ ਨਾਲ ਵੇਖਣਾ ਤੇ ਘੁੱਟਣਾ ਸ਼ੁਰੂ ਕਰ ਦਿੱਤਾ। ਰੂਪ ਦਾ ਆਪਾ ਲਰਜ਼ਾਇਆ ਤੇ ਲਹਿਰਾਇਆ ਪਿਆ ਸੀ। ਉਸ ਦੀ ਹੋਸ਼ ਪਿਆਰ ਤੱਕਾਂ ਨਾਲ ਮੁਗਧ ਹੁੰਦੀ ਜਾ ਰਹੀ ਸੀ। ਉਹ ਚਾਹੁੰਦੀ ਸੀ ਤੱਕਾਂ ਇੱਕ ਪਲ ਰੁਕ ਜਾਣ, ਉਹ ਥੋੜੀ ਹੋਸ਼ਵੰਤ ਹੋ ਜਾਵੇ। ਪਰ ਕੇਸਰ ਦੀਆਂ ਨਜ਼ਰਾਂ ਉਸ ਦਾ ਰੂਪ ਵਿੰਨ ਕੇ ਹੱਡੀਆਂ ਵਿੱਚ ਉਤਰ ਗਈਆਂ ਸਨ। ਕੇਸਰ ਨੇ ਉਸ ਦਾ ਇੱਕ ਹੱਥ ਆਪਣੇ ਦੋਹਾਂ ਹੱਥਾਂ 'ਚ ਲੈ ਲਿਆ। ਤਿੰਨ ਹੱਥਾਂ ਵਿੱਚ ਇੱਕ ਲਗਾਤਾਰ ਕੰਪਣ ਜਾਰੀ ਸੀ। ਕੇਸਰ ਨੇ ਲੰਮੇ ਸਾਹ ਨਾਲ ਉਸ ਦਾ ਵਿਸਮਾਦ ਘੁੱਟ ਲਿਆ। ਮੈਂ ਕਿੰਨੇ ਭਾਗਾਂ ਵਾਲਾ ਹਾਂ। ਰੂਪ ਨੇ ਸੁਣਿਆ ਕਿੰਨਾ ਪਿਆਰਾ, ਰਸੀਲਾ ਤੇ ਨਿੱਘਾ ਬੋਲ ਸੀ। ਉਸ ਦੇ ਬੁੱਲ੍ਹਾਂ ਦੇ ਕੋਏ ਸਦਾ ਧੜਕਣ ਬਣੇ ਹੋਏ ਸਨ। ਬਸ ਇਕੱਲੇ ਹੀ ਉਹ ਕਹਿਣਾ ਚਾਹੁੰਦੀ ਸੀ ਕਿ ਸੱਚਮੁੱਚ ਭਾਗਾਂ ਵਾਲੀ ਤਾਂ ਮੈਂ ਹਾਂ। ਅੱਜ ਇੰਨੀ ਰੱਜ ਕੇ ਪੀਣਾ ਚਾਹੁੰਦਾ ਹਾਂ ਕਿ ਦੁਨੀਆ ਦੀ ਹੋਸ਼ ਨਾ ਰਹੇ। ਉਸ ਦਾ ਹੱਥ 7ਵੀਂ ਦੇ ਚੰਦ ਨੂੰ ਇੱਕਦਮ ਪੂਰਨਮਾਸ਼ੀ ਤੱਕ ਲੈ ਗਿਆ ਤੇ ਫੇਰ ਰੂਪ ਨੇ ਖਿੜਦੀ ਖਿੜਦੀ ਮੁਸਕਾਨ ਕਲੀ ਨੂੰ ਜ਼ਬਤ ਦੀਆਂ ਵਾਗਾਂ ਪਾਈਆਂ ਹੋਈਆਂ ਸਨ। ਬਸ ਫਿਰ ਅੱਖ ਨਾ ਪੁੱਟਾਂ, ਕਿਸੇ ਦਾ ਸਰਾਪ ਨਾ ਲੱਗੂ, ਮੈਂ ਮਰ ਜਾਵਾਂ ਸਾਰਾ ਹੀ ਚੰਨੀਏ। ਰੂਪ ਨੇ ਕੇਸਰ ਦੇ ਮੂੰਹ ਤੇ ਹੱਥ ਰੱਖ ਦਿੱਤਾ। ਨਾ, ਇਸ ਤਰ੍ਹਾਂ ਦੇ ਬੋਲ ਨਹੀਂ ਬੋਲੀ ਤੇ। ਉਸ ਦੀ ਰੂਹ ਕਲਵਲ ਹੋ ਗਈ ਸੀ। ਕੇਸਰ ਨੇ ਰੂਪ ਨਾਲ ਸਿਰ ਜੋੜ ਲਿਆ। ਮੇਰਾ ਇੱਕ ਦੋਸਤ ਆਖਦਾ ਸੀ ਤੂੰ ਅੱਜ ਫਾਈਨਲ ਗੇਮ ਜਿੱਤੀ ਹੈ, ਤੇ ਇਹ ਕਿੰਨਾ ਵੱਡਾ ਸੱਚ ਹੈ। ਕੇਸਰ ਨੂੰ ਸ਼ਰਾਬ ਚੜ੍ਹਦੀ ਹੀ ਜਾ ਰਹੀ ਸੀ। ਉਸ ਦਿਨ ਤੁਹਾਡੀ ਖੇਡ ਕਮਾਲ ਦੀ ਸੀ। ਰੂਪ ਨੇ ਪੁਰਾਣੀ ਪ੍ਰਸ਼ੰਸਾ ਨੂੰ ਨਵਾਂ ਰੂਪ ਦੇ ਲਿਆ। ਤੂੰ ਉਸ ਦਿਨ ਮੁਸਕਾ ਕੇ ਮੁੜ ਤੱਕਿਆ ਨਾ। ਸ਼ਾਇਦ ਬੇਜੀ ਨੇ ਤਾੜ ਲਿਆ ਸੀ। ਹਾਇਓ ਮੇਰਾ ਰੱਬਾ, ਜਿਸ ਦਿਨ ਬੇਜੀ ਉੱਤੇ ਆ ਗਈ ਸੀ ਮੇਰਾ ਕੋਈ ਹਾਲ ਨਹੀਂ ਸੀ। ਮੈਨੂੰ ਤਰੇੜੀਆਂ ਆਈ ਜਾਣ, ਧਰਤੀ ਨਿੱਘਰ ਜਾਣ ਲਈ ਵੇਲ ਨਾ ਦੇਵੇ। ਰੱਬ ਦੀ ਮਾਰ, ਮੈਨੂੰ ਬੇਜੀ ਨੇ ਜਾਂਦੇ ਜਾਂਦੇ ਨੂੰ ਰੋਕ ਲਿਆ। ਮੈਂ ਅੱਜ ਤੱਕ ਹੈਰਾਨ ਰਿਹਾ ਹਾਂ ਕਿ ਖਲੋ ਕਿਵੇਂ ਗਿਆ। ਪਰ ਅਸ਼ਕੇ ਬੇਜੀ ਦੇ ਉਸ ਜਾਂਦੇ ਨੂੰ 3 ਵਾਰ ਰੋਕਿਆ ਤੇ ਅੱਗਾ ਪਿੱਛਾ ਸਭ ਕੁਝ ਪੁੱਛ ਲਿਆ। ਸਾਹ ਸੁਖਾਲਾ ਲੰਦਿਆਂ ਉਸ ਵਾਲੀ ਬਾਹ ਨਾਲ ਰੂਪ ਨੂੰ ਘੁੱਟਿਆ। ਤੂੰ ਬੜੀ ਖੁਸ਼ਕਿਸਮਤ ਹੈ ਜਿਹਦੀ ਇੰਨੀ ਤਕੜੇ ਜੇਰੇ ਵਾਲੀ ਬੇਜੀ ਏ। ਹੁਣ ਤਾਂ ਉਹ ਤੁਹਾਡੀ ਵੀ ਹੈ। ਰੂਪ ਨੇ ਮਾਣ ਨਾਲ ਆਪਣੇ ਆਪ ਨੂੰ ਖਿੜਾ ਲਿਆ ਸੀ। ਮੈਂ ਤਾਂ ਤੇਰੇ ਨਾਲੋਂ ਵੀ ਵੱਧ ਮੰਨਾਂਗਾ। ਇਹ ਉਸ ਮਾਂ ਦੀਆਂ ਮਿਹਰਬਾਨੀਆਂ ਹੀ ਹਨ ਕਿ ਤੂੰ। ਉਸ ਫਿਰ ਰੂਪ ਨੂੰ ਘੁੱਟ ਲਿਆ। 1 ਮਿੰਟ ਉਹ ਕੁਝ ਨਾ ਬੋਲੇ। ਹਵਾ ਰੁਮਕਣ ਲੱਗ ਪਈ ਤੇ ਉਸ ਦੇ ਸਾਹ ਠੰਡੇ ਪੈਂਦੇ ਜਾ ਰਹੇ ਸਨ। ਜੇ ਮੈਂ ਬਹੁਤਾ ਸ਼ਰਾਬੀ ਹੋ ਜਾਵਾਂ ਮੈਨੂੰ ਚੁੱਕ ਕੇ ਪਾ ਦੇਵੀਂ। ਕੇਸਰ ਨੇ ਮੁਸਕਾ ਕੇ ਉਸ ਨੂੰ ਤੱਕਣਾ ਸ਼ੁਰੂ ਕਰ ਦਿੱਤਾ। ਤੁਸੀਂ ਸੱਚਮੁੱਚ ਪੀ ਕੇ ਆਏ ਹੋ? ਰੂਪ ਦੀਆਂ ਚੌੜੀਆਂ ਅੱਖਾਂ 'ਚ ਇੱਕ ਡਰ ਕੰਬ ਗਿਆ। ਜਦ ਤੂੰ ਸਾਹਮਣੇ ਹੈ, ਮਦਹੋਸ਼ ਹੋ ਕੇ ਡਿੱਗ ਪੈਣ ਵਿੱਚ ਕਸਰ ਕੀ ਬਾਕੀ ਹੈ। ਕੇਸਰ ਨੇ ਉਸ ਦੀ ਠੋਡੀ ਫੜ ਕੇ ਮੂੰਹ ਆਪਣੀ ਵੱਲ ਪੁਆ ਲਿਆ। ਪੰਗਰੀ ਰੂਪ ਆਪਾ ਨਾ ਸਾਂਭ ਸਕੀ। ਉਸ ਦਾ ਲੂੰ ਨੂੰ ਥਰਾਈ ਜਾ ਰਿਹਾ ਸੀ। ਉਸ ਆਪਣਾ ਆਪ ਪੀ ਜਾਣ ਲਈ ਛਲਕਾ ਦਿੱਤਾ ਤੇ ਕੇਸਰ ਸੱਚਮੁੱਚ ਹੀ ਇੱਕ ਲੰਮੇ ਚੁੰਮਣ ਨਾਲ ਮਦਹੋਸ਼ ਹੋ ਗਿਆ ਅਤੇ ਤਾਰੇ ਇਹਨਾਂ ਦੋਹਾਂ ਰੂਹਾਂ ਦੇ ਪਿਆਰ ਸੰਯੋਗ ਵਿੱਚ ਸਾਰੀ ਰਾਤ ਟਾਰਾ ਮਾਰਦੇ ਰਹੇ।